ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਉਂਝ ਤਾਂ ਚੀਨ ਨਾਲ ਸਰਹੱਦੀ ਮਾਮਲਿਆਂ 'ਤੇ ਭਾਰਤ ਦਾ ਟਕਰਾਅ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ 1959 ਵਿੱਚ ਉਸ ਨੇ ਭਾਰਤੀ ਸਰਹੱਦੀ ਇਲਾਕਿਆਂ 'ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਸੀ। ਡੈਂਡੀ ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਡੈਂਡੀ ਚੀਨ ਦੇ ਆਗੂਆਂ ਮਾਓ ਜ਼ੇ ਤੁੰਗ ਅਤੇ ਚਾਓ ਇਨ ਲਾਈ ਦੇ ਨਾਲ ਉਨ੍ਹਾਂ ਦੇ ਵਧੀਆ ਸਬੰਧ ਸਨ। ਡੈਂਡੀ ਦੋਵਾਂ ਦੇਸ਼ਾਂ ਨੇ ਪੰਚਸ਼ੀਲ ਨਾਂ ਦੇ ਦਸਤਾਵੇਜ਼ 'ਤੇ ਵੀ ਦਸਤਖਤ ਕੀਤੇ ਸਨ, ਪਰ 1962 ਵਿੱਚ ਚੀਨ ਵੱਲੋਂ ਕੀਤੇ ਹਮਲੇ ਨੇ ਅਤੇ ਭਾਰਤ ਦੀਆਂ ਸਰਹੱਦਾਂ ਅੰਦਰ ਦਾਖਲ ਹੋ ਕੇ ਵੱਡੇ ਇਲਾਕੇ 'ਤੇ ਕੀਤੇ ਗਏ ਕਬਜ਼ੇ ਕਾਰਨ ਦੋਵਾਂ ਦੇਸ਼ਾਂ ਵਿੱਚ ਤਣਾਅ ਪੈਦਾ ਕਰ ਦਿੱਤਾ ਸੀ। ਡੈਂਡੀ ਪੰਡਿਤ ਨਹਿਰੂ, ਜੋ ਭਾਰਤ ਵਿੱਚ ਬਹੁਤ ਹਰਮਨ ਪਿਆਰੇ ਸਨ, ਜਿਨ੍ਹਾਂ ਦੀ ਕੌਮਾਂਤਰੀ ਪੱਧਰ 'ਤੇ ਵੀ ਵੱਡੀ ਸਾਖ ਬਣ ਚੁੱਕੀ ਸੀ, ਨੂੰ ਚੀਨ ਦੇ ਇਸ ਰਵੱਈਏ ਨਾਲ ਵੱਡਾ ਧੱਕਾ ਲੱਗਾ ਸੀ ਅਤੇ 1964 ਵਿੱਚ ਉਹ ਸਵਰਗਵਾਸ ਹੋ ਗਏ ਸਨ। ਡੈਂਡੀ ਪੈਰਾ ਚੀਨ ਦੇ ਹਮਲਾਵਰ ਹੋਣ ਅਤੇ ਭਾਰਤੀ ਇਲਾਕੇ 'ਤੇ ਆਪਣਾ ਕਬਜ਼ਾ ਜਾਰੀ ਰੱਖਣ ਦੇ ਬਾਵਜੂਦ ਭਾਰਤ ਨੇ ਲਗਾਤਾਰ ਇਹ ਯਤਨ ਕੀਤਾ ਕਿ ਉਸ ਦੇ ਆਪਣੇ ਇਸ ਗੁਆਂਢੀ ਦੇਸ਼ ਨਾਲ ਚੰਗੇ ਸਬੰਧ ਬਣੇ ਰਹਿਣ। ਡੈਂਡੀ ਤਜਾਰਤੀ ਪੱਧਰ 'ਤੇ ਵੀ ਭਾਰਤ ਨੇ ਚੀਨ ਨਾਲ ਗੰਢ-ਧੁੱਪ ਕਰੀ ਰੱਖਣ ਦੀ ਯੋਜਨਾ ਬਣਾਈ ਸੀ। ਡੈਂਡੀ ਇਸੇ ਕੜੀ ਵਿੱਚ ਅੱਜ ਵੀ ਦੋਵਾਂ ਦੇਸ਼ਾਂ ਦਾ ਵਪਾਰ ਚੱਲ ਰਿਹਾ ਹੈ। ਡੈਂਡੀ ਇਸੇ ਸਮੇਂ ਦੌਰਾਨ ਚੀਨ ਅਨੇਕਾਂ ਕਾਰਨਾਂ ਕਰਕੇ ਦੁਨੀਆ ਦੀ ਇੱਕ ਵੱਡੀ ਸ਼ਕਤੀ ਬਣ ਕੇ ਉੱਭਰਿਆ। ਡੈਂਡੀ ਉਸ ਨੇ ਅਮਰੀਕਾ ਵਰਗੀ ਮਹਾਸ਼ਕਤੀ ਨਾਲ ਵੀ ਵਪਾਰ ਅਤੇ ਹੋਰ ਮਸਲਿਆਂ 'ਤੇ ਟੱਕਰ ਲੈਣ ਤੋਂ ਕੋਈ ਹਿਚਕਚਾਹਟ ਨਹੀਂ ਪ੍ਰਗਟਾਈ। ਡੈਂਡੀ ਆਪਣੇ ਗੁਆਂਢੀ ਤਾਈਵਾਨ, ਜੋ ਅੱਜ ਇੱਕ ਆਜ਼ਾਦ ਮੁਲਕ ਵਜੋਂ ਉੱਭਰ ਕੇ ਹਰ ਖੇਤਰ ਵਿੱਚ ਵੱਡੀ ਤਰੱਕੀ ਕਰ ਰਿਹਾ ਹੈ, ਨੂੰ ਵੀ ਲਗਾਤਾਰ ਚੀਨ ਧਮਕੀਆਂ ਦਿੰਦਾ ਆ ਰਿਹਾ ਹੈ। ਡੈਂਡੀ ਦੇਸ਼ ਤਾਈਵਾਨ ਵਿੱਚ ਸਮੇਂ ਨਾਲ ਲੋਕਤੰਤਰੀ ਪ੍ਰਕਿਰਿਆ ਮਜ਼ਬੂਤ ਹੋਈ ਹੈ। ਡੈਂਡੀ ਉੱਥੋਂ ਦੇ ਲੋਕ ਕਿਸੇ ਵੀ ਤਰ੍ਹਾਂ ਤਾਨਾਸ਼ਾਹ ਚੀਨ ਨਾਲ ਆਪਣੇ ਆਪ ਨੂੰ ਜੋੜਨਾ ਨਹੀਂ ਚਾਹੁੰਦੇ। ਡੈਂਡੀ ਪਿਛਲੇ 7 ਦਹਾਕਿਆਂ ਵਿੱਚ ਇਸ ਟਾਪੂਨੁਮਾ ਦੇਸ਼ ਨੇ ਆਪਣੀ ਵੱਖਰੀ ਹਸਤੀ ਕਾਇਮ ਕਰ ਲਈ ਹੈ। ਡੈਂਡੀ ਪਰ ਹੁਣ ਚੀਨ ਨੇ ਉਸ ਨੂੰ ਵੀ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡੈਂਡੀ ਚੀਨੀ ਰਾਸ਼ਟਰਪਤੀ ਸ਼ੀ ਵੀ ਅਜਿਹੇ ਬਿਆਨ ਦੇ ਰਹੇ ਹਨ ਕਿ ਉਹ ਤਾਈਵਾਨ ਨੂੰ ਚੀਨ ਦਾ ਹਿੱਸਾ ਬਣਾ ਕੇ ਹੀ ਰਹਿਣਗੇ।
ਡੰਡੀ। ਇਸ ਤੋਂ ਇਲਾਵਾ ਦੱਖਣੀ ਚੀਨੀ ਸਾਗਰ ਦੇ ਖੇਤਰ ਵਿੱਚ ਦਰਜਨ ਭਰ ਸਟੋਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਉਂਝ ਤਾਂ ਚੀਨ ਨਾਲ ਸਰਹੱਦੀ ਮਾਮਲਿਆਂ ਤੇ ਭਾਰਤ ਦਾ ਟਕਰਾਅ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ 1959 ਵਿੱਚ ਉਸਨੇ ਭਾਰਤੀ ਸਰਹੱਦੀ ਇਲਾਕਿਆਂ ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਸੀ। ਡੰਡੀ। ਉਸ ਸਮੇਂ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਡੰਡੀ। ਚੀਨ ਦੇ ਆਗੂਆਂ ਮਾਓ ਜੇ ਤੁੰਗ ਅਤੇ ਚਾਓ ਇਨ ਲਾਈ ਦੇ ਨਾਲ ਉਨ੍ਹਾਂ ਦੇ ਵਧੀਆ ਸਬੰਧ ਸਨ। ਡੰਡੀ। ਦੋਵਾਂ ਦੇਸ਼ਾਂ ਨੇ ਪੰਚਸ਼ੀਲ ਨਾਂ ਦੇ ਦਸਤਾਵੇਜ਼ ਤੇ ਵੀ ਦਸਤਖਤ ਕੀਤੇ ਸਨ, ਪਰ 1962 ਵਿੱਚ ਚੀਨ ਵੱਲੋਂ ਕੀਤੇ ਹਮਲੇ ਨੇ ਅਤੇ ਭਾਰਤ ਦੀਆਂ ਸਰਹੱਦਾਂ ਅੰਦਰ ਦਾਖਲ ਹੋ ਕੇ ਵੱਡੇ ਇਲਾਕੇ ਤੇ ਕੀਤੇ ਗਏ ਕਬਜ਼ੇ ਕਾਰਨ ਦੋਵਾਂ ਦੇਸ਼ਾਂ ਵਿੱਚ ਤਣਾਅ ਪੈਦਾ ਕਰ ਦਿੱਤਾ ਸੀ। ਡੰਡੀ। ਪੰਡਤ ਨਹਿਰੂ, ਜੋ ਭਾਰਤ ਵਿੱਚ ਬਹੁਤ ਹਰਮਨ ਪਿਆਰੇ ਸਨ, ਜਿਨ੍ਹਾਂ ਦੀ ਕੌਮਾਂਤਰੀ ਪੱਧਰ ਤੇ ਵੀ ਵੱਡੀ ਸਾਖ ਬਣ ਚੁੱਕੀ ਸੀ, ਨੂੰ ਚੀਨ ਦੇ ਇਸ ਰਵੱਈਏ ਨਾਲ ਵੱਡਾ ਧੱਕਾ ਲੱਗਾ ਸੀ ਅਤੇ 1964 ਵਿੱਚ ਉਹ ਸਵਰਗਵਾਸ ਹੋ ਗਏ ਸਨ। ਡੰਡੀ। ਪੈਰਾ। ਚੀਨ ਦੇ ਹਮਲਾਵਰ ਹੋਣ ਅਤੇ ਭਾਰਤੀ ਇਲਾਕੇ ਤੇ ਆਪਣਾ ਕਬਜ਼ਾ ਜਾਰੀ ਰੱਖਣ ਦੇ ਬਾਵਜੂਦ ਭਾਰਤ ਨੇ ਲਗਾਤਾਰ ਇਹ ਯਤਨ ਕੀਤਾ ਕਿ ਉਸ ਦੇ ਆਪਣੇ ਇਸ ਗੁਆਂਢੀ ਦੇਸ਼ ਨਾਲ ਚੰਗੇ ਸਬੰਧ ਬਣੇ ਰਹਿਣ। ਡੰਡੀ। ਤਜਾਰਤੀ ਪੱਧਰ ਤੇ ਵੀ ਭਾਰਤ ਨੇ ਚੀਨ ਨਾਲ ਗੰਢ ਧੁੱਪ ਕੜੀ ਰੱਖਣ ਦੀ ਯੋਜਨਾ ਬਣਾਈ ਸੀ। ਡੰਡੀ। ਇਸੇ ਕੜੀ ਵਿੱਚ ਅੱਜ ਵੀ ਦੋਵਾਂ ਦੇਸ਼ਾਂ ਦਾ ਵਪਾਰ ਚੱਲ ਰਿਹਾ ਹੈ। ਡੰਡੀ। ਇਸੇ ਸਮੇਂ ਦੌਰਾਨ ਚੀਨ ਅਨੇਕਾਂ ਕਾਰਨਾਂ ਕਰਕੇ ਦੁਨੀਆ ਦੀ ਇੱਕ ਵੱਡੀ ਸ਼ਕਤੀ ਬਣ ਕੇ ਉੱਭਰਿਆ। ਡੰਡੀ। ਉਸ ਨੇ ਅਮਰੀਕਾ ਵਰਗੀ ਮਹਾਸ਼ਕਤੀ ਨਾਲ ਵੀ ਵਪਾਰ ਅਤੇ ਹੋਰ ਮਸਲਿਆਂ ਤੇ ਟੱਕਰ ਲੈਣ ਤੋਂ ਕੋਈ ਹਿਚਕਿਚਾਹਟ ਨਹੀਂ ਪ੍ਰਗਟਾਈ। ਡੰਡੀ। ਆਪਣੇ ਗੁਆਂਢੀ ਤਾਇਵਾਨ, ਜੋ ਅੱਜ ਇੱਕ ਆਜ਼ਾਦ ਮੁਲਕ ਵਜੋਂ ਉੱਭਰ ਕੇ ਹਰ ਖੇਤਰ ਵਿੱਚ ਵੱਡੀ ਤਰੱਕੀ ਕਰ ਰਿਹਾ ਹੈ, ਨੂੰ ਵੀ ਲਗਾਤਾਰ ਚੀਨ ਧਮਕੀਆਂ ਦਿੰਦਾ ਆ ਰਿਹਾ ਹੈ। ਡੰਡੀ। ਦੇਸ਼ ਤਾਇਵਾਨ ਵਿੱਚ ਸਮੇਂ ਨਾਲ ਲੋਕਤੰਤਰੀ ਪ੍ਰਕਿਰਿਆ ਮਜ਼ਬੂਤ ਹੋਈ ਹੈ। ਡੰਡੀ। ਉੱਥੋਂ ਦੇ ਲੋਕ ਕਿਸੇ ਵੀ ਤਰ੍ਹਾਂ ਤਾਨਾਸ਼ਾਹ ਚੀਨ ਨਾਲ ਆਪਣੇ ਆਪ ਨੂੰ ਜੋੜਨਾ ਨਹੀਂ ਚਾਹੁੰਦੇ। ਡੰਡੀ। ਪਿਛਲੇ 7 ਦਹਾਕਿਆਂ ਵਿੱਚ ਇਸ ਟਾਪੂਨੁਮਾ ਦੇਸ਼ ਨੇ ਆਪਣੀ ਵੱਖਰੀ ਹਸਤੀ ਕਾਇਮ ਕਰ ਲਈ ਹੈ। ਡੰਡੀ। ਪਰ ਹੁਣ ਚੀਨ ਨੇ ਉਸ ਨੂੰ ਵੀ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡੰਡੀ। ਚੀਨੀ ਰਾਸ਼ਟਰਪਤੀ ਸ਼ੀ ਵੀ ਅਜਿਹੇ ਬਿਆਨ ਦੇ ਰਹੇ ਹਨ ਕਿ ਉਹ ਤਾਇਵਾਨ ਨੂੰ ਚੀਨ ਦਾ ਹਿੱਸਾ ਬਣਾ ਕੇ ਹੀ ਰਹਿਣਗੇ। ਡੰਡੀ। ਇਸ ਤੋਂ ਇਲਾਵਾ ਦੱਖਣੀ ਚੀਨੀ ਸਾਗਰ ਦੇ ਖੇਤਰ ਵਿੱਚ ਦਰਜਨ ਭਰ ਹੋਰ ਦੇਸ਼ ਵੀ ਚੀਨ ਦੀ ਦਾਦਾਗਿਰੀ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹਨ। ਡੰਡੀ। ਉਹ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਆਪਣੇ ਅਧਿਕਾਰ ਖੇਤਰ ਦੇ ਸਮੁੰਦਰੀ ਪਾਣੀਆਂ ਨੂੰ ਚੀਨ ਦੀਆਂ ਧਮਕੀਆਂ ਹੇਠ ਛੱਡਣ ਲਈ ਤਿਆਰ ਨਹੀਂ ਹਨ। ਡੰਡੀ। ਚੀਨ ਨੇ ਕਈ ਥਾਵਾਂ ਤੇ ਸਮੁੰਦਰ ਵਿੱਚ ਆਪਣੇ ਟਾਪੂ ਬਣਾ ਕੇ ਉੱਥੇ ਆਪਣੀਆਂ ਫੌਜਾਂ ਵੀ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਡੰਡੀ। ਸਮੁੰਦਰ ਵਿੱਚ ਅਧਿਕਾਰ ਖੇਤਰ ਦੇ ਮਸਲੇ ਤੇ ਜਾਪਾਨ ਨਾਲ ਵੀ ਚੀਨ ਵੱਡੀ ਖਹਿਬਾਜ਼ੀ ਚੱਲਦੀ ਰਹੀ ਹੈ, ਜੋ ਅੱਜ ਵੀ ਜਾਰੀ ਹੈ। ਡੰਡੀ। ਤਜਾਰਤ ਨੂੰ ਲੈ ਕੇ ਹੀ ਅਮਰੀਕਾ ਅਤੇ ਆਸਟ੍ਰੇਲੀਆ ਇਸ ਦੇ ਵਿਰੁੱਧ ਆ ਖੜੇ ਹੋਏ ਹਨ। ਡੰਡੀ। ਉਹ ਸਮੁੰਦਰੀ ਰਾਹਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਮਾਨਤਾ ਅਨੁਸਾਰ ਹੀ ਚਲਾਉਣ ਦੀ ਨੀਤੀ ਤੇ ਚੱਲ ਰਹੇ
ਹਨ, ਜਦੋਂ ਕਿ ਚੀਨ ਸਮੁੰਦਰ ਦੇ ਇੱਕ ਵੱਡੇ ਹਿੱਸੇ ਤੇ ਆਪਣੀ ਸਰਦਾਰੀ ਸਮਝਣ ਲੱਗ ਪਿਆ ਹੈ। ਡੰਡੀ ਸਟਾਪ। ਵੈਲਕਮ ਪੰਜਾਬੀ shorthand.com ਵੀ ਰੈਡੀ ਸਟਾਰਟ। ਉਂਝ ਤਾਂ ਚੀਨ ਨਾਲ ਸਰਹੱਦੀ ਮਾਮਲਿਆਂ ਤੇ ਭਾਰਤ ਦਾ ਟਕਰਾਅ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ 1959 ਵਿੱਚ ਉਸ ਨੇ ਭਾਰਤੀ ਸਰਹੱਦੀ ਇਲਾਕਿਆਂ ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਸੀ। ਡੰਡੀ ਉਸ ਸਮੇਂ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਡੰਡੀ ਚੀਨ ਦੇ ਆਗੂਆਂ ਮਾਓ ਜੇ ਤੁੰਗ ਅਤੇ ਚਾਓ ਇਨਲਾਈ ਦੇ ਨਾਲ ਉਹਨਾਂ ਦੇ ਵਧੀਆ ਸਬੰਧ ਸਨ। ਡੰਡੀ ਦੋਵਾਂ ਦੇਸ਼ਾਂ ਨੇ ਪੰਚਸ਼ੀਲ ਨਾਂ ਦੇ ਦਸਤਾਵੇਜ਼ ਤੇ ਵੀ ਦਸਤਖਤ ਕੀਤੇ ਸਨ, ਪਰ 1962 ਵਿੱਚ ਚੀਨ ਵੱਲੋਂ ਕੀਤੇ ਹਮਲੇ ਨੇ ਅਤੇ ਭਾਰਤ ਦੀਆਂ ਸਰਹੱਦਾਂ ਅੰਦਰ ਦਾਖਲ ਹੋ ਕੇ ਵੱਡੇ ਇਲਾਕੇ ਤੇ ਕੀਤੇ ਗਏ ਕਬਜ਼ੇ ਕਾਰਨ ਦੋਵਾਂ ਦੇਸ਼ਾਂ ਵਿੱਚ ਤਣਾਅ ਪੈਦਾ ਕਰ ਦਿੱਤਾ ਸੀ। ਡੰਡੀ ਪੰਡਤ ਨਹਿਰੂ ਜੋ ਭਾਰਤ ਵਿੱਚ ਬਹੁਤ ਹਰਮਨ ਪਿਆਰੇ ਸਨ, ਜਿਨ੍ਹਾਂ ਦੀ ਕੌਮਾਂਤਰੀ ਪੱਧਰ ਤੇ ਵੀ ਵੱਡੀ ਸਾਖ ਬਣ ਚੁੱਕੀ ਸੀ, ਨੂੰ ਚੀਨ ਦੇ ਇਸ ਰਵੱਈਏ ਨਾਲ ਵੱਡਾ ਧੱਕਾ ਲੱਗਾ ਸੀ ਅਤੇ 1964 ਵਿੱਚ ਉਹ ਸਵਰਗਵਾਸ ਹੋ ਗਏ ਸਨ। ਡੰਡੀ ਪੈਰਾ। ਚੀਨ ਦੇ ਹਮਲਾਵਰ ਹੋਣ ਅਤੇ ਭਾਰਤੀ ਇਲਾਕੇ ਤੇ ਆਪਣਾ ਕਬਜ਼ਾ ਜਾਰੀ ਰੱਖਣ ਦੇ ਬਾਵਜੂਦ ਭਾਰਤ ਨੇ ਲਗਾਤਾਰ ਇਹ ਯਤਨ ਕੀਤਾ ਕਿ ਉਸ ਦੇ ਆਪਣੇ ਇਸ ਗੁਆਂਢੀ ਦੇਸ਼ ਨਾਲ ਚੰਗੇ ਸਬੰਧ ਬਣੇ ਰਹਿਣ। ਡੰਡੀ ਤਜਾਰਤੀ ਪੱਧਰ ਤੇ ਵੀ ਭਾਰਤ ਨੇ ਚੀਨ ਨਾਲ ਗੰਢ ਧੁੱਪ ਕਰੀ ਰੱਖਣ ਦੀ ਯੋਜਨਾ ਬਣਾਈ ਸੀ। ਡੰਡੀ ਇਸੇ ਕੜੀ ਵਿੱਚ ਅੱਜ ਵੀ ਦੋਵਾਂ ਦੇਸ਼ਾਂ ਦਾ ਵਪਾਰ ਚੱਲ ਰਿਹਾ ਹੈ। ਡੰਡੀ ਇਸੇ ਸਮੇਂ ਦੌਰਾਨ ਚੀਨ ਅਨੇਕਾਂ ਕਾਰਨਾਂ ਕਰਕੇ ਦੁਨੀਆ ਦੀ ਇੱਕ ਵੱਡੀ ਸ਼ਕਤੀ ਬਣ ਕੇ ਉਭਰਿਆ। ਡੰਡੀ ਉਸ ਨੇ ਅਮਰੀਕਾ ਵਰਗੀ ਮਹਾਂਸ਼ਕਤੀ ਨਾਲ ਵੀ ਵਪਾਰ ਅਤੇ ਹੋਰ ਮਸਲਿਆਂ ਤੇ ਟੱਕਰ ਲੈਣ ਤੋਂ ਕੋਈ ਹਿਚਕਿਚਾਹਟ ਨਹੀਂ ਪ੍ਰਗਟਾਈ। ਡੰਡੀ ਆਪਣੇ ਗੁਆਂਢੀ ਤਾਇਵਾਨ, ਜੋ ਅੱਜ ਇੱਕ ਆਜ਼ਾਦ ਮੁਲਕ ਵਜੋਂ ਉੱਭਰ ਕੇ ਹਰ ਖੇਤਰ ਵਿੱਚ ਵੱਡੀ ਤਰੱਕੀ ਕਰ ਰਿਹਾ ਹੈ, ਨੂੰ ਵੀ ਲਗਾਤਾਰ ਚੀਨ ਧਮਕੀਆਂ ਦਿੰਦਾ ਆ ਰਿਹਾ ਹੈ। ਡੰਡੀ ਦੇਸ਼ ਤਾਇਵਾਨ ਵਿੱਚ ਸਮੇਂ ਨਾਲ ਲੋਕਤੰਤਰੀ ਪ੍ਰਕਿਰਿਆ ਮਜ਼ਬੂਤ ਹੋਈ ਹੈ। ਡੰਡੀ ਉੱਥੋਂ ਦੇ ਲੋਕ ਕਿਸੇ ਵੀ ਤਰ੍ਹਾਂ ਤਾਨਾਸ਼ਾਹ ਚੀਨ ਨਾਲ ਆਪਣੇ ਆਪ ਨੂੰ ਜੋੜਨਾ ਨਹੀਂ ਚਾਹੁੰਦੇ। ਡੰਡੀ ਪਿਛਲੇ 7 ਦਹਾਕਿਆਂ ਵਿੱਚ ਇਸ ਟਾਪੂਨੁਮਾ ਦੇਸ਼ ਨੇ ਆਪਣੀ ਵੱਖਰੀ ਹਸਤੀ ਕਾਇਮ ਕਰ ਲਈ ਹੈ। ਡੰਡੀ ਪਰ ਹੁਣ ਚੀਨ ਨੇ ਉਸ ਨੂੰ ਵੀ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡੰਡੀ ਚੀਨੀ ਰਾਸ਼ਟਰਪਤੀ ਸ਼ੀ ਵੀ ਅਜਿਹੇ ਬਿਆਨ ਦੇ ਰਹੇ ਹਨ ਕਿ ਉਹ ਤਾਇਵਾਨ ਨੂੰ ਚੀਨ ਦਾ ਹਿੱਸਾ ਬਣਾ ਕੇ ਹੀ ਰਹਿਣਗੇ। ਡੰਡੀ ਇਸ ਤੋਂ ਇਲਾਵਾ ਦੱਖਣੀ ਚੀਨੀ ਸਾਗਰ ਦੇ ਖੇਤਰ ਵਿੱਚ ਦਰਜਨ ਪਰ ਹੋਰ ਦੇਸ਼ ਵੀ ਚੀਨ ਦੀ ਦਾਦਾਗਿਰੀ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹਨ। ਡੰਡੀ ਉਹ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਆਪਣੇ ਅਧਿਕਾਰ ਖੇਤਰ ਦੇ ਸਮੁੰਦਰੀ ਪਾਣੀਆਂ ਨੂੰ ਚੀਨ ਦੀਆਂ ਧਮਕੀਆਂ ਹੇਠ ਛੱਡਣ ਲਈ ਤਿਆਰ ਨਹੀਂ ਹਨ। ਡੰਡੀ ਚੀਨ ਨੇ ਕਈ ਥਾਵਾਂ ਤੇ ਸਮੁੰਦਰ ਵਿੱਚ ਆਪਣੇ ਟਾਪੂ ਬਣਾ ਕੇ ਉੱਥੇ ਆਪਣੀਆਂ ਫੌਜਾਂ ਵੀ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਡੰਡੀ ਸਮੁੰਦਰ ਵਿੱਚ ਅਧਿਕਾਰ ਖੇਤਰ ਦੇ ਮਸਲੇ ਤੇ ਜਾਪਾਨ ਨਾਲ ਵੀ ਚੀਨ ਦੀ ਵੱਡੀ ਖਹਿਬਾਜ਼ੀ ਚਲਦੀ ਰਹੀ ਹੈ, ਜੋ ਅੱਜ ਵੀ ਜਾਰੀ ਹੈ। ਡੰਡੀ ਤਜਾਰਤ ਨੂੰ ਲੈ ਕੇ ਹੀ ਅਮਰੀਕਾ ਅਤੇ ਆਸਟ੍ਰੇਲੀਆ ਇਸ ਦੇ ਵਿਰੁੱਧ ਆ ਖੜੇ ਹੋਏ ਹਨ। ਡੰਡੀ ਉਹ ਸਮੁੰਦਰੀ ਰਾਹਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਮਾਨਤਾ ਅਨੁਸਾਰ ਹੀ ਚਲਾਉਣ ਦੀ ਨੀਤੀ ਤੇ ਚੱਲ ਰਹੇ ਹਨ, ਜਦੋਂ ਕਿ ਚੀਨ ਸਮੁੰਦਰ ਦੇ ਇੱਕ ਵੱਡੇ ਹਿੱਸੇ ਤੇ ਆਪਣੀ ਸਰਦਾਰੀ ਸਮਝਣ ਲੱਗ ਪਿਆ ਹੈ। ਡੰਡੀ ਅੱਜ ਚੀਨ ਦੇ ਅਜਿਹੇ ਰਵੱਈਏ ਕਾਰਨ ਦਰਜਨਾਂ ਹੀ ਛੋਟੇ ਵੱਡੇ ਕਮਜ਼ੋਰ ਅਤੇ ਤਾਕਤਵਰ ਮੁਲਕ ਉਸ ਦੇ ਸਾਹਮਣੇ ਆ ਖੜੇ
ਹੋਏ ਹਨ। ਡੰਡੀ ਚੀਨ ਦੀ ਦਾਦਾਗਿਰੀ ਕਾਰਨ ਹੀ ਭਾਰਤ ਨੇ ਕੁਆਡ ਨਾਂ ਦੀ ਜਥੇਬੰਦੀ, ਜਿਸ ਵਿੱਚ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ, ਨਾਲ ਆਪਣੇ ਆਪ ਨੂੰ ਜੋੜ ਲਿਆ ਹੈ।